ਹੋ ਤੁਸੀਂ ਤੇ ਅਸੀਂ ਇਸ ਵਕਤ ਵਿਧਾਨ ਸਭਾ ਹਲਕਾ ਫਗਵਾੜਾ ਦੇ ਪਿੰਡ ਜਗਤਪੁਰ ਦੇ ਵਿੱਚ ਖੜੇ ਹਾਂ ਤੇ ਵੱਡੀ ਗਿਣਤੀ 'ਚ ਲੋਕ ਤੁਹਾਨੂੰ ਪਹਿਲਾਂ ਵੀ ਮੁਲਾਕਾਤ ਕਰਵਾਈ ਇਹਨਾਂ ਦੇ ਨਾਲ। ਇਹ ਉਹੀ ਲੋਕ ਨੇ ਜਿਨ੍ਹਾਂ ਦੇ ਵੱਲੋਂ ਪਰਲ ਗਰੁੱਪ ਨੂੰ ਆਪਣੀ ਮਿਹਨਤ ਮੁਸ਼ੱਕਤ ਦੀ ਜਿਹੜੀ ਕਮਾਈ ਹੈ ਉਹ ਸੌਂਪੀ ਗਈ ਹੈ। ਉਮੀਦ ਸੀ ਕਿ ਭਵਿੱਖ ਸੰਵਰੇਗਾ, ਇਹਨਾਂ ਦੇ ਬੱਚਿਆਂ ਦੇ ਜਿਹੜੇ ਵਿਆਹ ਨੇ ਉਹ ਸਹੀ ਤਰੀਕੇ ਦੇ ਨਾਲ ਹੋਣਗੇ, ਐਜੂਕੇਸ਼ਨ ਪ੍ਰੋਪਰ ਦਵਾਈ ਜਾਏਗੀ। ਕਿਸੇ ਨੇ ਆਪਣੇ ਜਿਹੜੇ ਸੁਪਨਿਆਂ ਦੇ ਘਰ ਜਿਹੜਾ ਬਣਾਉਣ ਦਾ ਸੁਪਨਾ ਜਿਹੜਾ ਹੈ ਉਹ ਸਿਰਜਿਆ ਵੀ ਇਹਨਾਂ ਦਾ ਘਰ ਜਿਹੜਾ ਬਣ ਸਕੇ, ਇਹਨਾਂ ਦਾ ਆਸ਼ੀਆਨਾ ਬਣ ਸਕੇ ਤੇ ਵੱਖ-ਵੱਖ ਜਿਹੜੇ ਸੁਪਨੇ ਸੀ ਉਹਨਾਂ ਨੂੰ ਲੈ ਕੇ ਇਹਨਾਂ ਨੇ ਜਿਹੜੀ ਇਨਵੈਸਟਮੈਂਟ ਹੈ ਉਹ ਕੀਤੀ, ਪਰ ਉਹ ਸਾਕਾਰ ਨਾ ਹੋ ਸਕੇ। ਤੇ ਅੱਜ ਜਿਹੜਾ ਸੰਘਰਸ਼ ਹੈ ਉਹ ਇਹਨਾਂ ਦੇ ਹਿੱਸੇ ਆਇਆ ਹੈ ਕਿਉਂਕਿ ਆਪਣੀ ਜਿਹੜੀ ਕਮਾਈ ਹੈ ਉਹ ਇੱਕ ਗਰੁੱਪ ਨੂੰ ਸੌਂਪੀ ਗਈ। ਬੇਸ਼ੱਕ ਉਸ ਸਮੇਂ ਦੀ ਸਰਕਾਰ ਉਸ ਗਰੁੱਪ ਦੇ ਨਾਲ ਸੀ ਪਰ ਅੱਜ ਨਹੀਂ ਹੈ। ਬੇਸ਼ੱਕ ਉਸ ਗਰੁੱਪ ਦਾ ਮਾਲਕ ਜੇਲ੍ਹ ਦੇ ਵਿੱਚ ਹੈ ਪਰ ਪੈਸਾ ਇਹਨਾਂ ਦੇ ਹੱਥਾਂ ਦੇ ਵਿੱਚ ਅੱਜ ਤੱਕ ਨਹੀਂ ਪਹੁੰਚਿਆ। ਉਡੀਕ ਆਪਣੇ ਪੈਸੇ ਦੀ ਹੈ ਕਿਉਂਕਿ ਆਪਣੇ ਭਵਿੱਖ ਨੂੰ ਲੈ ਕੇ ਪੈਸਾ ਇਹਨਾਂ ਦੇ ਵੱਲੋਂ ਲਗਾਇਆ ਗਿਆ, ਉਹ ਕਦੋਂ ਆਏਗਾ ਇਹ ਸਵਾਲ ਹੁਣ ਸਾਡੇ ਵੱਲੋਂ ਤੇ ਇਹਨਾਂ ਲੋਕਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਕਿ ਇਨਸਾਫ ਕਦੋਂ। ਤੇ ਜਦੋਂ ਅਸੀਂ ਜ਼ਿਕਰ ਤੁਹਾਡੀ ਜਥੇਬੰਦੀ ਦਾ ਕਰਦੇ ਹਾਂ, ਬਹੁਤੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ ਵੀ ਮਹਿਲਾਵਾਂ ਇਸ ਸੰਘਰਸ਼ ਦੇ ਵਿੱਚ ਪਹੁੰਚੀਆਂ ਨੇ। ਜਦੋਂ ਜ਼ਿਕਰ ਅਸੀਂ ਮਹਿਲਾਵਾਂ ਦਾ ਕਰਦੇ ਹਾਂ ਤਾਂ ਪੈਸਾ ਜ਼ਿਆਦਾ ਲੇਡੀਜ਼ ਨੇ ਲਗਾਇਆ ਹੋਏਗਾ ਇੱਕ ਦੂਜੇ ਨੂੰ ਦੇਖ ਕੇ। ਤੁਸੀਂ ਕੀ ਸੋਚ ਕੇ ਪੈਸਾ ਇਨਵੈਸਟ ਕੀਤਾ ਹੈਗਾ? ਜੀ ਮੇਰਾ ਨਾਮ ਸੁਖਵਿੰਦਰ ਕੌਰ, ਮੈਂ ਉੱਪਰੇ ਤੋਂ ਆਏ ਹਾਂ। ਅਸੀਂ ਜਿੱਦਾਂ ਅਸੀਂ ਪੈਸਾ ਲਵਾਇਆ ਸੀਗਾ ਮੈਂ ਆਪਣੇ ਬਾਰੇ ਪੈਸਾ ਵੀ ਲਵਾਇਆ ਸੀ 5 ਲੱਖ ਤੇ ਆਪਣੇ ਰਿਸ਼ਤੇਦਾਰ ਸਾਰਿਆਂ ਦਾ ਲਵਾਇਆ ਸੀ। ਅੱਜ ਕੱਲ੍ਹ ਉਹ ਰਿਸ਼ਤੇਦਾਰ ਵੀ ਸਾਨੂੰ ਮਿਲਦੇ ਨਹੀਂ ਹੈਗੇ। ਉਹ ਕਿੰਨਾ ਪੈਸਾ ਤੁਸੀਂ ਇਨਵੈਸਟ ਕੀਤਾ? ਐਜ਼ ਏ ਏਜੰਟ ਵੀ ਕੰਮ ਕੀਤਾ? ਹਾਂਜੀ, ਏਜੰਟ ਦੇ ਸਾਡਾ ਘੱਟੋ ਘੱਟ 15 ਲੱਖ ਤਾਂ ਹੈਗਾ ਹੈ ਕੁੱਲ ਐਜ਼ ਏ ਏਜੰਟ। ਔਰ ਆਪਣਾ ਜਿਹੜਾ ਪਰਸਨਲ ਪੈਸਾ ਵੀ ਤੁਸੀਂ ਪੈਸਾ ਹੈ ਤਾਂ ਹੀ ਇੰਨਾ ਸਮਾਂ ਲੱਗ ਗਿਆ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਮਿਲਣ ਦੇ ਵਿੱਚ? ਹਾਂ ਸਰ, ਗਰੀਬਾਂ ਦਾ ਪੈਸਾ। ਜੇ ਅਮੀਰ ਲੋਕ ਕਿੱਥੇ ਸਾਰੇ ਇਹਨਾਂ ਕੰਮਾਂ ਚਾਹੁੰਦੇ ਸੀ। ਅਮੀਰਾਂ ਲਈ ਤਾਂ ਵੱਡੀ ਵੱਡੀ ਕੰਪਨੀਆਂ ਹੋਰ ਬਹੁਤ ਸੀਗੀਆਂ, ਪਿੰਡਾਂ ਵਿੱਚ ਛੋਟੇ ਛੋਟੇ ਏਜੰਟ ਇੱਕ ਦੂਜੇ ਨਾਲ ਜੁੜ ਗਏ, ਬਸ ਨਾਲ ਜੁੜ ਗਏ ਤੇ ਪੈਸਾ ਨਹੀਂ ਮਿਲਿਆ। ਸਰ ਤੁਸੀਂ ਗੱਲ ਕੀਤੀ ਹੈ ਵੀ ਆਂਗਣਵਾੜੀ ਦਾ ਤੁਸੀਂ ਕੰਮ ਕਰਦੇ ਸੀਗੇ, ਵਰਕਰ ਸੀ। ਬਹੁਤ ਗਰੀਬ ਲੋਕ ਜਿਹੜੇ ਤੁਸੀਂ ਪੈਸਾ ਇਨਵੈਸਟ ਕੀਤਾ ਹੈ, ਹੁਣ ਤੁਹਾਨੂੰ ਪੁੱਛਦੇ ਨਹੀਂ ਸਵਾਲ ਵੀ ਸਾਡਾ ਪੈਸਾ ਦਵਾਓ? ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਤੇ ਪੰਚਾਇਤਾਂ ਵੀ ਹੋਈਆਂ, ਮੇਰੇ ਤੇ ਸਾਰਾ ਕੁਝ ਹੋਇਆ ਸਰ। ਪਰ ਮੈਂ ਉਹਨਾਂ ਨੂੰ ਆਸ ਇਹ ਦਵਾਈ ਕਿ ਨਹੀਂ ਸਰ, ਸਾਡੇ ਨਾਲ ਬਹੁਤ ਕਰੋੜਾਂ ਲੋਕ ਸਾਡੇ ਨਾਲ ਜੁੜੇ ਹੋਆ। ਮੇਰੇ ਨਾਲ ਉਹ ਸਰ ਬੈਠੇ ਆ, ਮੇਰੇ ਨਾਲ ਕੋਈ ਆਸ ਹੀ ਨਹੀਂ ਸਰ। ਇਨਸਾਫ ਦੀ ਆਵਾਜ਼ ਜਥੇਬੰਦੀ ਤੁਹਾਡੀ 8 ਸਾਲ ਸੰਘਰਸ਼ ਕਰਦਿਆਂ ਨੂੰ ਹੋ ਗਿਆ, ਤੁਹਾਨੂੰ ਲੱਗਦਾ ਵੀ ਸੰਘਰਸ਼ ਹੁਣ ਖਤਮ ਹੋਏਗਾ, ਤੁਹਾਨੂੰ ਪੈਸਾ ਮਿਲ ਜਾਏਗਾ ਜਾਂ ਅਜੇ 5 ਸਾਲ ਹੋਰ? ਪਰ ਸਰ ਆਸ ਹੈਗੀ ਆ, ਭਗਵੰਤ ਮਾਨ ਤੇ ਆਸਾਂ ਤਾਂ ਬਹੁਤ ਆ, ਜੇ ਸਾਡੀ ਸੁਣ ਲੈਣ ਸਰ। ਆਸ ਨਾਲ ਹੀ ਆ, ਪਿਛਲੀਆਂ ਗੌਰਮੈਂਟਾਂ ਤੇ ਵੀ ਆਸਾਂ ਤਾਂ ਸੀਗੀਆਂ ਪਰ ਕਿਸੇ ਨੇ ਸੁਣਵਾਈ ਤਾਂ ਨਹੀਂ ਹੋਈ। ਪਰ ਹੁਣ ਇਦਾਂ ਹੈਗੀ ਆ ਕਿ ਉਹ ਲੋਕਾਂ ਵਿੱਚੋਂ ਸਾਡੇ ਵਿਚਰਿਆ ਲੋਕਾਂ 'ਚ ਇੱਥੇ ਤੱਕ ਗਿਆ ਤੇ ਉਹ ਸਾਡੇ ਗਰੀਬਾਂ ਦੀ ਜ਼ਰੂਰ ਸੁਣੂਗੇ। ਕੀ ਨਾਮ ਹੈ? ਹਾਂਜੀ ਸਰ, ਮੇਰਾ ਨਾਮ ਸੁਰਿੰਦਰ ਕੌਰ ਹੈ। ਮੈਂ ਵੀ ਇੱਕ ਐਜ਼ ਏ ਆਂਗਨਵਾੜੀ ਵਰਕਰ ਕੰਮ ਕਰ ਰਹੀ ਹਾਂ ਪਿੰਡ ਦੇ ਵਿੱਚ। ਸਰ ਮੈਂ 2009 ਤੋਂ ਇਸ PACL ਦੇ ਕੰਪਨੀ ਦੇ ਵਿੱਚ ਜੁਆਇਨ ਹੋ ਕੇ ਕੰਮ ਕਰਨਾ ਸ਼ੁਰੂ ਕੀਤਾ। ਮੇਰੇ ਹਸਬੈਂਡ ਦੀ ਡੈਥ ਹੋਈ ਸੀ, ਮੈਨੂੰ ਕੰਮ ਦੀ ਚੱਕ ਕੇ ਲੈ ਜਾਾਂਗੇ, ਤੁਹਾਡੇ ਤੇ ਕੇਸ ਕਰਾਂਗੇ, ਤੁਹਾਡੇ ਤੇ ਇੰਜ ਕਰਾਂਗੇ, ਉਂਝ ਯਾਨੀ ਧਮਕੀਆਂ ਦੇ ਰਹੇ ਆ। ਅਸੀਂ ਬਹੁਤ ਪਰੇਸ਼ਾਨ ਆ। ਅਸੀਂ ਅੱਜ ਦੀ ਸਰਕਾਰ ਕੋਲੋਂ ਇਹੀ ਉਮੀਦ ਕਰਦੇ ਆ ਕਿ ਭਗਵੰਤ ਮਾਨ ਸਾਡੇ ਆਪਣੇ ਆ। ਅਸੀਂ ਉਹਨਾਂ ਦੇ ਕੋਲ ਇੱਕ ਬਹੁਤ ਹੀ ਰਿਕੁਐਸਟ ਕਰਦੇ ਆ ਕਿ ਸਾਡਾ ਪੈਸਾ ਸਾਨੂੰ ਵਾਪਸ ਕੀਤਾ ਜਾਵੇ। ਅਸੀਂ ਉਹਨਾਂ ਕੋਲੋਂ ਕੁਝ ਨਹੀਂ ਮੰਗਦੇ, ਜੋ ਅਸੀਂ ਪੈਸੇ ਆਪਣੇ ਲਵਾਏ, ਆਪਣੇ ਰਿਸ਼ਤੇਦਾਰਾਂ ਦੇ ਲਵਾਏ, ਆਪਣੇ ਭੈਣਾਂ ਭਾਈਆਂ ਦੇ ਲਵਾਏ, ਸਾਡੇ ਪੈਸੇ ਪਲੀਜ਼ ਸਾਨੂੰ ਉਹ ਦਿੱਤੇ ਜਾਣ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ 'ਚ ਉਹਨਾਂ ਦੀ ਅਸੀਂ ਸਰਕਾਰ ਲਈ ਫਿਰ ਉਹਨਾਂ ਦੇ ਨਾਲ ਖੜੇ ਆ। ਜਿਹੜਾ ਤੁਸੀਂ ਜ਼ਿਕਰ ਲਾਸਟ ਦੇ ਵਿੱਚ ਕੀਤਾ ਵੀ ਤੁਹਾਡਾ ਪੈਸਾ ਭਗਵੰਤ ਮਾਨ ਜੀ ਦਿਵਾਉਣਗੇ, ਤੁਹਾਨੂੰ ਲੱਗਦਾ ਵੀ ਇਸ 5 ਸਾਲ ਦੇ ਵਿੱਚ ਆ ਜਾਏਗਾ ਜਾਂ ਅਗਲੇ 5? ਸਰ ਉਮੀਦ ਬਹੁਤ ਆ ਕਿਉਂਕਿ ਸਾਨੂੰ ਭਗਵੰਤ ਮਾਨ ਜੀ ਤੇ ਬਹੁਤ ਆਸਾਂ ਆ, ਕਿਉਂਕਿ ਉਹ ਇੱਕ ਸੱਚੇ ਸੁੱਚੇ ਬੰਦੇ ਆ। ਸਾਨੂੰ ਉਹਨਾਂ ਤੇ ਬੜੀ ਉਮੀਦ ਆ ਕਿ ਸਾਡਾ ਉਹ ਪੈਸਾ ਦਿਵਾਉਣਗੇ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਵਿਸ਼ਾਲ ਹੈ ਜੀ। ਤੇ ਤੁਸੀਂ ਵੀ ਕੰਮ ਕਰਦੇ ਰਹੇ ਹੋ ਇਹਦੇ ਵਿੱਚ? ਮੈਂ ਜਥੇਬੰਦੀ ਦੇ ਬੁਲਾਵੇ ਤੇ ਮੈਂ ਪਠਾਨਕੋਟ ਤੋਂ ਆਇਆ ਜੀ ਸਪੈਸ਼ਲ ਅੱਜ। ਤੇ ਜਥੇਬੰਦੀ ਦੇ ਨਾਲ ਅਸੀਂ ਖੜੇ ਹਾਂ ਜੀ। ਅਸੀਂ ਅੱਗੇ ਵੀ ਇਦਾਂ ਹੀ ਸਰਕਾਰ ਦੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਜੋ ਫਸਿਆ ਪੈਸਾ ਆ ਸਾਨੂੰ ਛੇਤੀ ਤੋਂ ਛੇਤੀ ਮੋੜਿਆ ਜਾਵੇ। ਤੇ ਬਹੁਤ ਵੀ ਇਹ ਲੋਕ ਨੇ ਮਤਲਬ ਕੋਈ ਮਿਹਨਤ ਮੁਸ਼ੱਕਤ ਦੇ ਨਾਲ ਆਪਣਾ ਢਿੱਡ ਕੱਟ ਕੇ ਜਿਹੜਾ ਪੈਸਾ ਇਹਨਾਂ ਨੇ ਲੋਕਾਂ ਨੇ ਜਮ੍ਹਾਂ ਕਰਵਾਇਆ ਹੈ। ਹੁਣ ਤੱਕ ਸਰਕਾਰਾਂ ਦੀਆਂ ਵੱਖ-ਵੱਖ ਹੋਈਆਂ, ਭਗਵੰਤ ਮਾਨ ਜੀ ਨੇ ਜ਼ਿਕਰ ਇਲੈਕਸ਼ਨ ਦੇ ਦੌਰਾਨ ਕੀਤਾ, ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਚੁੱਕੀ ਹੈ। ਤੁਹਾਨੂੰ ਲੱਗਦਾ ਵੀ ਹੁਣ ਜਦੋਂ ਇਹ ਲੋਕ ਆਪਣੀ ਆਵਾਜ਼ ਆਪ ਚੁੱਕ ਰਹੇ ਨੇ, ਇੱਥੇ ਪਹੁੰਚੇ ਹੋਏ ਨੇ, ਹੁਣ ਕਿਸੇ ਹੋਰ ਸਰਕਾਰ ਦੀ ਜਾਂ ਕਿਸੇ ਹੋਰ ਨੁਮਾਇੰਦੇ ਦੀ ਲੋੜ ਹੈਗੀ ਹੈ ਵੀ ਉਹਨਾਂ ਦੀ ਗੱਲ ਜਾਂ ਕੋਈ ਹੋਰ ਨੁਮਾਇੰਦਾ ਇਹਨਾਂ ਦੀ ਗੱਲ ਚੁੱਕੇ, ਇਹਨਾਂ ਦੀ ਆਵਾਜ਼ ਸੁਣ ਕੇ ਹੀ ਇਹ ਮਸਲਾ ਹੱਲ ਕਰ ਦੇਣਾ ਚਾਹੀਦਾ, ਪੈਸਾ ਵਾਪਸ ਕਰ ਦੇਣਾ ਚਾਹੀਦਾ? ਸਾਨੂੰ ਜੀ ਭਗਵੰਤ ਮਾਨ ਜੀ ਤੇ ਬਹੁਤ ਜ਼ਿਆਦਾ ਭਰੋਸਾ ਜੀ। ਗਰੀਬਾਂ ਦੀ ਸਰਕਾਰ ਬਣੀ ਹੋਆ ਤੇ ਗਰੀਬਾਂ ਦੀ ਸੁਣਵਾਈ ਕਰਦੇ ਆ ਉਹ, ਤੇ ਸਾਨੂੰ ਭਰੋਸਾ ਹੈ ਕਿ ਸਾਡਾ ਜਿਹੜਾ ਫੈਸਲਾ ਉਹ ਛੇਤੀ ਤੋਂ ਛੇਤੀ ਹੋਏਗਾ ਤੇ ਸਾਨੂੰ ਗਰੀਬਾਂ ਦਾ ਪੈਸਾ ਮੋੜਿਆ ਜਾਏਗਾ ਜੀ। ਸੋ ਬੇਸ਼ੱਕ ਇਹ ਲੋਕ ਅੱਜ ਪਹੁੰਚੇ ਨੇ
ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਐਮਪੀ ਦੇ ਤੌਰ ਤੇ ਭਗਵੰਤ ਮਾਨ ਮੁੱਦਾ ਚੁੱਕਦੇ ਰਹੇ ਨੇ। ਹੁਣ ਸੰਗਰੂਰ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਵੀ ਨੇ ਸੰਗਰੂਰ ਜਿਹੜੀ ਲੋਕ ਸਭਾ ਸੀਟ ਦੇ ਉੱਤੇ, ਤੇ ਉਮੀਦ ਹੈ ਕਿ ਇਸ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਇਹਨਾਂ ਲੋਕਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਕਰਵਾਏਗੀ। ਇੱਥੇ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਕਤ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਖੜੇ ਹਾਂ ਤੇ ਵੱਡੀ ਗਿਣਤੀ 'ਚ ਇਹ ਲੋਕ ਆਪਣਾ ਪੈਸਾ ਵਾਪਸ ਸਰਕਾਰ ਤੋਂ ਮੰਗ ਰਹੇ ਨੇ। ਬੇਸ਼ੱਕ ਇਸ ਕੰਪਨੀ ਨੂੰ ਸੌਂਪਿਆ ਗਿਆ ਪਰਲ ਗਰੁੱਪ ਦੇ ਖਿਲਾਫ ਕਾਰਵਾਈ ਦੀ ਮੰਗ ਹੈ ਤੇ ਆਪਣਾ ਪੈਸਾ ਵਾਪਸ ਕਰਵਾਉਣ ਦੀ ਗੁਹਾਰ ਹੈ। ਹੁਣ ਸਰਕਾਰ ਤੋਂ ਕੋਈ ਉਮੀਦ ਹੈਗੀ ਹੈ ਤੁਹਾਨੂੰ? ਨਾਰਾਜ਼ਗੀ ਤੁਸੀਂ ਜ਼ਾਹਰ ਕਰ ਰਹੇ ਹੋ, ਕਹਿੰਦੇ ਜਿਨ੍ਹਾਂ ਨੇ ਜਮ੍ਹਾਂ ਕਰਵਾਏ ਨੇ ਸਰਕਾਰ। ਹਾਂ, ਸਾਡੇ ਕੋਲ ਪਰਚੀਆਂ ਸਭ ਕੁਝ ਸਾਡੇ ਕੋਲ ਪਿਆ, ਜਿਹਨੇ ਕਰਾਈਆਂ ਹੋਈਆਂ ਆ, ਜਿਹੜੇ ਪੈਸੇ ਜਮ੍ਹਾਂ ਕਰਾਏ ਪਰਚੀਆਂ ਕੋਲ ਪਈਆਂ ਆ। ਜਿਹਨੇ ਕਿਹੜੇ ਸੰਨ ਦੇ ਵਿੱਚ ਜਮ੍ਹਾਂ ਕਰਵਾਏ ਸੀ? ਸਾਨੂੰ ਤਾਂ ਯਾਰ ਮੈਨੂੰ ਦਿਮਾਗ 'ਚ ਨਹੀਂ ਹੋਣਾ, ਅਸੀਂ ਅਨਪੜ੍ਹ ਬੰਦੇ ਆ। ਕਿੰਨੇ ਪੈਸੇ ਜਮ੍ਹਾਂ ਕਰਵਾਏ? 2 ਲੱਖ ਰੁਪਏ ਕਰਾਤਾ ਆ। 2 ਲੱਖ। ਤੁਹਾਨੂੰ 4 ਲੱਖ ਦੇ ਕਰੀਬ ਮਿਲਣਾ ਸੀਗਾ। ਹਾਂਜੀ 4 ਲੱਖ ਮਿਲਣਾ ਸੀ ਕਹਿੰਦੇ ਸੀ। ਕੀ ਸੋਚ ਕੇ ਪੈਸਾ ਤੁਸੀਂ ਜਮ੍ਹਾਂ ਕਰਵਾਇਆ? ਕਿਹੜਾ ਭਵਿੱਖ ਤੁਸੀਂ ਸਵਾਰਨਾ ਚਾਹੁੰਦੇ ਸੀ? ਕੋਈ ਨਿਆਣਿਆਂ ਦਾ ਕੁਝ ਬਣ ਜਾਊਗਾ, ਨਿਆਣਾ ਕੋਈ ਵਿਆਹ ਹੋ ਜਾਂਦਾ, ਬੰਦਾ ਇਹੀ ਬਾਰੇ ਸੋਚਦਾ ਆ, ਕੋਈ ਮਕਾਨ ਪਾ ਲਾਂਗੇ। ਗਰੀਬ ਬੰਦੇ ਦਿਹਾੜੀਦਾਰ ਬੰਦੇ ਆ, ਇਹ ਪਤਾ ਨਹੀਂ ਵੀ ਇਹ ਕੰਮ ਹੋਣਾ ਹੈ ਸਾਨੂੰ। ਘਰ ਜਾ ਕੇ ਵਾਅਦੇ ਕਰਕੇ ਸਾਡੇ ਲੈ ਗਏ ਪੈਸੇ, ਤੇ ਮੁੜ ਕੇ ਕੋਈ ਨਹੀਂ ਬੁਲਾਉਂਦਾ। ਹੁਣ ਜਿੰਨੇ ਵੀ ਪੈਸੇ ਦਿੱਤੇ ਨਾ ਸਾਰੇ ਧੋਖੇ ਨੇ ਲੈ ਕੇ ਗਏ ਆ। ਅੱਜ ਆ ਜਾਣੇ ਜੀ, ਕੱਲ ਆ ਜਾਣੇ, ਹੁਣ ਕੋਈ ਨਹੀਂ ਬੁਲਾਉਂਦਾ ਹੈਗਾ। ਹਾਂਜੀ, ਤੁਹਾਡਾ ਕੀ ਨਾਮ ਹੈ? ਧਰਮਵੀਰ ਜੀ। ਧਰਮਵੀਰ ਜੀ, ਤੁਸੀਂ ਕਿੰਨੇ ਪੈਸੇ ਜਮ੍ਹਾਂ ਕਰਵਾਏ ਹੋਏ ਆ? 2011 ਦੀ ਮੈਂ ਪਾਲਿਸੀ ਦੇਖ ਰਿਹਾ, ਇਹ ਪਾਲਿਸੀ ਸੁਖਵਿੰਦਰ ਕੌਰ ਦੇ ਨਾਂ ਦੇ ਉੱਤੇ। ਹਾਂਜੀ, ਮੇਰੀ ਮਿਸਿਸ ਦੇ ਨਾਂ ਤੇ ਆ ਜੀ। ਅਸੀਂ ਆਪਣੇ ਤੋਂ ਆਏ ਜੀ। ਮੈਂ ਤਾਂ ABP ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਰਿਹਾ ਜੀ। ਅਸੀਂ 1 ਲੱਖ ਦੀ ਪਾਲਿਸੀ 50,000 ਦੀ ਕਿਸ਼ਤਾਂ ਲਾਈਆਂ, 4.5 ਲੱਖ ਤੱਕ ਆਪਣਾ ਲੱਗਾ ਹੋਇਆ ਪਰਸਨਲ। ਰੈਸਦਾਰੀ ਤੇ ਏਜੰਟੀ ਦੇ ਥਰੂ ਸਾਡਾ 40 ਲੱਖ ਤੋਂ ਉੱਪਰ ਲੱਗਾ ਹੋਇਆ ਇਹਦੇ ਵਿੱਚ। ਹਾਂਜੀ, ਕੁੱਲ 40 ਲੱਖ ਤੁਸੀਂ ਜਮ੍ਹਾਂ ਕਰਵਾ ਚੁੱਕੇ ਹੋ। ਕੀ ਸੋਚਿਆ, ਮਤਲਬ ਤੁਸੀਂ ਐਜ਼ ਏਜੰਟ ਤੁਸੀਂ ਕੰਮ ਕੀਤਾ, ਕਿਹੜੀ ਚੀਜ਼ ਤੁਹਾਨੂੰ ਖਾਸ ਲੱਗੀ ਵੀ ਕੰਪਨੀ 'ਚ ਬਾਕੀਆਂ 'ਚ ਨਹੀਂ ਹੈਗੀ, ਹੋਰ ਨੌਕਰੀਆਂ ਦੇ ਵਿੱਚ ਉਹ ਚੀਜ਼ ਨਹੀਂ ਹੈਗੀ, ਮੈਂ ਇਹ ਕੰਪਨੀ ਜੁਆਇਨ ਕਰਾਂ? ਇਹਦੇ ਵਿੱਚ ਇਦਾਂ ਸੀ ਕਿ ਇਨਵੈਸਟਮੈਂਟ ਵਧੀਆ ਹੋ ਰਹੀ ਸੀਗੀ ਬਾਕੀਆਂ ਨਾਲੋਂ ਵੀ। ਅਸੀਂ ਡਾਕਖਾਨੇ ਪੋਸਟ ਆਫਿਸ ਵਿੱਚ ਵੀ ਲੱਗੀਆਂ ਸੀ ਕਿ ਲੱਖ ਦੀਆਂ ਪਾਲਿਸੀਆਂ, ਉਹ ਵੀ ਤੜਾ ਕੇ ਵਿੱਚੋਂ ਇਹਦੇ ਵਿੱਚ ਲਾਈਆਂ ਆਪਣੀਆਂ। ਤੇ ਹੋਰ ਜਿਹਨਾਂ ਦੇ ਥਰੂ ਪੈਸੇ ਲੱਗੇ ਹੋਏ ਸੀਗੇ ਉਹਨਾਂ ਨੂੰ ਯਕੀਨ ਦਿਵਾਇਆ ਸੀਗਾ ਵੀ ਅਸੀਂ ਤੁਹਾਡੇ ਪੈਸੇ ਦਵਾਵਾਂਗੇ। ਅਸੀਂ ਕਰਿਆਨੇ ਦੀ ਆਪਣੀ ਦੁਕਾਨ ਪਾਈ ਹੋਈ ਆ ਤੇ ਉਹ ਸਾਡੇ ਕੋਲੋਂ ਕਰਿਆਨਾ ਲੈ ਕੇ ਜਾ ਰਹੇ ਆ ਫ੍ਰੀ ਵਿੱਚ। ਹੁਣ ਨਹੀਂ ਤਾਂ ਕਹਿੰਦੇ ਅਸੀਂ ਧਰਨੇ ਲਾਵਾਂਗੇ, ਅਸੀਂ ਤੇ ਮੁੱਦੇ ਉਠਾਵਾਂਗੇ, ਲੋਕਾਂ ਨੂੰ ਇਕੱਠੇ ਕਰਾਂਗੇ। ਇਸ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਤੁਸੀਂ ਕਿਸੇ ਦੇ ਲਈ ਚੰਗਾ ਸੋਚਿਆ ਹੋਏਗਾ, ਆਪਣਾ ਵੀ ਚੰਗਾ ਸੋਚਿਆ ਹੋਏਗਾ, ਦੂਜੇ ਦਾ ਵੀ, ਪਰ ਅਲਟੀਮੇਟਲੀ ਜਦੋਂ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ, ਕੰਪਨੀ ਪੈਸਾ ਦੇਣ ਤੋਂ ਇਨਕਾਰੀ ਹੋਈ, ਹੁਣ ਸਿੱਧੇ ਤੌਰ ਦੇ ਉੱਤੇ ਸਵਾਲ ਤੁਹਾਡੇ ਉੱਤੇ ਉੱਠ ਰਹੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਦਾ ਪੈਸਾ ਤੁਸੀਂ ਇਨਵੈਸਟ ਕਰਵਾਇਆ ਉਹ ਤੁਹਾਤੋਂ ਵਾਪਸ ਮੰਗ ਰਹੇ ਨੇ। ਕਿੰਨੀ ਪਰੇਸ਼ਾਨੀ ਹੁੰਦੀ ਹੈ ਰੋਜ਼ਾਨਾ ਦੇ ਵਿੱਚ? ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ। ਅਸੀਂ ਤਾਂ ਆਪਣੇ ਕੋਲੋਂ ਕਰਿਆਨੇ ਦਾ ਸਮਾਨ ਉਹਨਾਂ ਨੂੰ ਦੇ ਰਹੇ ਹਾਂ ਵੀ ਤੁਸੀਂ ਆਪਣਾ ਖਰਚਾ ਆਪਣੇ ਘਰ ਦਾ ਕਰੋ, ਚਾਹੇ ਅਸੀਂ ਆਪ ਤੰਗ ਹੋ ਰਹੇ ਹਾਂ ਇਸ ਕਰਕੇ। ਅਸੀਂ ਵੀ 6-7 ਲੱਖ ਦਾ ਲੋਨ ਚੱਕਿਆ ਸੀਗਾ ਜਿਹਦੇ ਕਰਕੇ ਕਰਿਆਨਾ ਪਾਇਆ ਸੀ, ਪਰ ਲੋਕੀ ਕਹਿ ਰਹੇ ਵੀ ਤੁਸੀਂ ਸਾਡੇ ਪੈਸੇ ਨਾਲ ਪਾਇਆ ਸਾਰਾ ਕੁਝ। ਇਹ ਵੀ ਅਸੀਂ ਟੈਂਟ ਲਾਵਾਂਗੇ, ਧਰਨੇ ਦੇਵਾਂਗੇ ਕਰਕੇ ਉਹ ਪ੍ਰਧਾਨ ਹੋਇਆ ਇੱਕ ਤਰ੍ਹਾਂ ਦਾ ਬਦਨਾਮੀ ਕਰ ਸਕਦਾ। ਹੋਰ ਪਾਸੇ ਵੀ ਅਸੀਂ ਨਾਂ ਤਾਂ ਨਹੀਂ ਲੈਣਾ ਚਾਹੁੰਦੇ। ਹੋਰ 1 ਮਹੀਨੇ ਸਾਡੇ ਕੋਲ 3000 ਸਮਾਨ ਲੈ ਕੇ ਜਾਂਦਾ ਤੇ ਹੋਰ ਵੀ 2000 ਬੰਦੇ ਆ ਜਿਹੜੇ ਇੱਦਾਂ ਲੈ ਕੇ ਜਾਂਦੇ। ਕੀ ਚਾਹੁੰਦੇ ਹੋ ਸਰਕਾਰ ਤੁਹਾਡੇ ਲਈ ਕੀ ਕਰੇ, ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ, ਤੁਹਾਡੀ ਨਵੀਂ ਸਰਕਾਰ ਬਦਲਾ? ਇਹ ਬਦਲਾਵ ਦਾ ਜੀ ਇੱਦਾਂ ਹੋਊਗਾ ਜਿੱਦਾਂ ਲੋਕਾਂ ਦਾ ਪੈਸਾ ਮਿਲ ਜਾਏਗਾ ਸਾਨੂੰ, ਕਿਉਂਕਿ ਜਿੱਤਣ ਲਈ ਤਾਂ ਹਰੇਕ ਕੋਈ ਲੋਕਾਂ ਨੂੰ ਲਾਰੇ ਲਾਉਂਦੇ ਆ ਤੇ ਬਾਕੀ ਇਹ ਜਿੱਤਣ ਤੋਂ ਬਾਅਦ ਵਿੱਚ ਪਤਾ ਲੱਗਦਾ ਵੀ ਲੋਕੀ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ। ਉਮੀਦ ਦੇ ਮੁਤਾਬਕ ਹੀ ਅਸੀਂ ਆਏ ਹਾਂ ਹੁਣ 50 ਕਿਲੋਮੀਟਰ ਦੇ ਇੱਥੇ ਤੱਕ, ਇਸੇ ਕਰਕੇ ਵੀ ਕੋਈ ਨਾ ਕੋਈ ਸਾਡਾ ਹੱਲ ਹੋਊਗਾ ਇਸ ਬਾਰੇ ਵਿੱਚ। ਜ਼ਰੂਰ ਤੁਹਾਡਾ ਹੱਲ ਹੋਵੇ ਕਿਉਂਕਿ ਮਿਹਨਤ ਦਾ ਪੈਸਾ ਤੁਸੀਂ ਇਨਵੈਸਟ ਕੀਤਾ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਓਮ ਪ੍ਰਕਾਸ਼ ਹੈ ਜੀ। ਅੱਛਾ ਓਮ ਪ੍ਰਕਾਸ਼ ਜੀ, ਜਿਵੇਂ ਇਹ ਪਾਲਿਸੀ ਤੁਸੀਂ ਹੱਥ ਦੇ ਵਿੱਚ ਚੱਕੀਆਂ ਹੋਈਆਂ 2010 ਦੀ ਮੈਂ ਤਰੀਕ ਪੜ੍ਹ ਰਿਹਾ, ਇਹਦੇ ਉੱਤੇ ਕਿੰਨੇ ਪੈਸੇ ਤੁਸੀਂ ਕੁੱਲ ਇਨਵੈਸਟ ਕੀਤੇ ਇੱਕ ਗਰੁੱਪ ਨੂੰ ਸੌਂਪੇ ਜਿਹੜੇ ਨੇ? ਮੈਂ ਘੱਟੋ ਘੱਟ ਜੀ ਕੋਈ 30 ਤੋਂ 31 ਲੱਖ ਰੁਪਇਆ ਹੋ ਸਕਦਾ। 30 ਤੋਂ 31 ਲੱਖ ਰੁਪਇਆ ਐਜ਼ ਏ ਏਜੰਟ ਵੀ ਤੁਸੀਂ ਕਰਦੇ ਰਹੇ ਹੋ? ਕੁੱਲ ਤੁਸੀਂ ਪਰਸਨਲੀ ਕਿੰਨੇ ਪੈਸੇ ਜਮ੍ਹਾਂ ਕਰਵਾਏ? 1.5 ਲੱਖ ਰੁਪਇਆ ਜੀ। 1.5 ਲੱਖ? ਹਾਂਜੀ ਹਾਂਜੀ। 28-29 ਲੱਖ ਰੁਪਇਆ ਜਿਹੜਾ ਤੁਸੀਂ ਐਜ਼ ਏ ਏਜੰਟ ਲੋਕਾਂ ਦਾ ਜਮ੍ਹਾਂ ਕਰਵਾਇਆ? ਹਾਂਜੀ ਹਾਂਜੀ। ਤੇ ਹੁਣ ਤੱਕ ਕੀ ਕਰਦੇ ਰਹੇ ਹੋ? ਕਿਉਂਕਿ ਇੰਨਾ ਸਮਾਂ ਬੀਤ ਚੁੱਕਿਆ, 10-12 ਸਾਲ ਬੀਤ ਚੁੱਕੇ ਨੇ, ਪੈਸਾ ਵਾਪਸ ਕਰਵਾਉਣ ਦੇ ਲਈ ਕਿਤੇ ਤਾਂ ਗਏ ਹੋਣਗੇ, ਕਿਸੇ ਕੋਲ ਗੁਹਾਰ ਲਾਈ ਹੋਏਗੀ? ਹਾਂਜੀ ਹਾਂਜੀ, ਅਸੀਂ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਵਿੱਚ ਬਹੁਤ ਜਾਣੀ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਪੈਸੇ ਮਿਲ ਜਾਣ ਲੋਕਾਂ ਦੇ। ਬਹੁਤ ਜਾਣੀ ਕਿ ਕੋਸ਼ਿਸ਼ ਕਰ ਰਹੇ ਹਾਂ, ਹਰ ਥਾਂ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਵੀ ਕੀਤਾ, SDM ਵਗੈਰਾ ਜੋ ਵੀ DC ਵਗੈਰਾ ਦੇ ਵੀ ਜਾ ਕੇ ਆਏ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਗਰੀਬ ਲੋਕਾਂ ਦੇ ਪੈਸੇ ਦਵਾਏ ਜਾਣਗੇ। ਠੀਕ ਹੈ ਜੀ। ਫਿਰ ਉਮੀਦ ਕਰਦੇ ਹਾਂ ਵੀ ਤੁਹਾਡਾ ਜਿਹੜਾ ਪੈਸਾ ਹੈ ਤੁਹਾਡੇ ਤੱਕ ਪਹੁੰਚਦਾ ਹੋਵੇ। ਤੁਹਾਡਾ ਕੀ ਨਾਮ ਹੈ? ਭੁਪਿੰਦਰ ਕੌਰ ਸਰ। ਅੱਛਾ ਭੁਪਿੰਦਰ ਜੀ, ਇਹ ਲਿਸਟ ਜਿਹੜੀਆਂ ਰਸੀਦਾਂ ਨੇ ਬਹੁਤ ਵੱਡੀ ਗਿਣਤੀ ਤੁਹਾਡੇ ਕੋਲ ਹੈਗੀਆਂ ਨੇ, ਕਿੰਨੀਆਂ ਪਾਲਿਸੀਆਂ ਤੁਸੀਂ ਕਰਵਾਈਆਂ ਸੀਗੀਆਂ? ਹਾਂਜੀ, ਇੱਕ ਪਾਲਿਸੀ ਕਰਵਾਈ ਸੀ 60,000 ਵਾਲੀ ਕਰਵਾਈ ਸੀ ਸਰ। 60,000 ਰੁਪਏ ਤੁਸੀਂ ਜਮ੍ਹਾਂ ਕਰਵਾਇਆ।
ਯਾਨੀ ਕੁੱਲ 1 ਲੱਖ ਤੋਂ ਵੱਧ ਤੁਹਾਨੂੰ ਪੈਸੇ ਮਿਲਣੇ ਸੀਗੇ। ਕਿਉਂ ਜਮ੍ਹਾਂ ਕਰਵਾਏ, ਕੀ ਸੋਚਿਆ ਸੀ, ਕਿਹੜੇ ਭਵਿੱਖ ਦੇ ਸੁਪਨੇ ਸੀ ਤੁਹਾਡੇ? ਇੱਕ ਤੇ ਸਰ ਗੁੱਡੀਆਂ ਸੀਗੀਆਂ, 3 ਛੋਟੀ ਸੀਗੀ ਗੁੱਡੀਆਂ ਤੇ 3 ਗੁੱਡੀਆਂ ਵੱਡੀਆਂ ਸੀਗੀਆਂ ਸਰ। ਫਿਰ ਮੇਰੇ ਘਰ ਵਾਲਾ ਕੰਮ ਕਰਦਾ ਸੀ ਐਕਸਲਾਂ ਦਾ, 85 ਕਿਲੋ ਦਾ ਐਕਸਲ ਚੱਕ ਕੇ, ਇੱਕ ਪੀਸ ਚੱਕ ਕੇ ਬੰਦੇ ਨੇ ਕੰਮ ਕਰਨਾ, ਬੰਦੇ ਦੀ ਜਾਨ ਨਿਕਲਦੀ ਹੈ ਸਰ। ਪਰ ਹਾਲ ਦੀ ਘੜੀ ਨੂੰ ਜਦ ਸਾਨੂੰ ਲੋੜ ਪਈ ਤਾਂ ਪੈਸਾ ਸਾਨੂੰ ਨਹੀਂ ਮਿਲਿਆ ਹੈਗਾ। ਮੇਰੇ ਘਰ ਵਾਲੇ ਦੇ ਸੱਟ ਲੱਗ ਗਈ ਸੀ, ਉਹਨਾਂ ਦੇ ਹੰਸ ਵਗੈਰਾ ਡੈਕਸ ਵਗੈਰਾ ਇਦਾਂ ਹੀ ਟੁੱਟ ਗਏ ਸੀ, ਡਿੱਗ ਗਏ ਸੀਗੇ। ਉਸ ਵੇਲੇ ਅਸੀਂ ਜਿਨ੍ਹਾਂ ਨੂੰ ਪਾਇਆ ਸੀ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਪੈਸੇ ਦੇਵੋ, ਉਹ ਕਹਿੰਦੇ ਹੱਥ ਖੜਿਆ, ਸਾਡੇ ਕੋਲ ਪੈਸੇ ਹੀ ਨਹੀਂ ਮਿਲਣੇ ਹੈਗੇ। ਫਿਰ ਸਾਨੂੰ ਸਰ ਪਾਇਆਂ ਦਾ ਕੀ ਫਾਇਦਾ ਹੋਇਆ ਜਾਂ ਸਾਡੇ ਛੋਟੇ ਛੋਟੇ ਬੱਚੇ ਵੀ ਰੁਲ ਰਹੇ ਆ। ਅਸੀਂ ਇੰਨੀ ਮਿਹਨਤ ਕਰਕੇ ਅਸੀਂ ਪੈਸਾ ਦਿੰਨੇ ਆ ਵੀ ਸਾਡੀ ਕੋਈ ਜ਼ਿੰਦਗੀ 'ਚ ਵਧੀਆ ਅਸੀਂ ਕੰਮ ਕਰਾਂਗੇ ਜਾਂ ਸਾਨੂੰ ਕੋਈ ਔਖੇ ਵੇਲੇ ਲੋੜ ਪਊਗੀ ਤਾਂ ਅਸੀਂ ਉਹ ਪੈਸਾ ਖਰਚਾਂਗੇ। ਸਰ ਉਹ ਜਦ ਸਾਨੂੰ ਪੈਸਾ ਹੀ ਨਹੀਂ ਮਿਲਿਆ ਫਿਰ ਸਾਨੂੰ ਪੈਣ ਦਾ ਕੀ ਫਾਇਦਾ ਹੋਇਆ? ਕੋਈ ਫਾਇਦਾ ਨਹੀਂ ਹੈਗਾ। ਹੁਣ ਤੁਹਾਨੂੰ ਲੱਗਦਾ ਹੈ ਵੀ ਬੇਸ਼ੱਕ ਸਰਕਾਰ ਨੇ ਜਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ, ਹੋਰ ਪਾਸੇ ਐਕਸ਼ਨ ਲਿਆ ਜਾ ਰਿਹਾ ਹੈ, ਭ੍ਰਿਸ਼ਟਾਚਾਰ ਦੇ ਖਿਲਾਫ ਲਿਆ ਜਾ ਰਿਹਾ ਹੈ, ਇਹ ਵੀ ਭ੍ਰਿਸ਼ਟਾਚਾਰ ਦਾ ਇੱਕ ਪਾਰਟ ਹੈ ਵੀ ਤੁਹਾਡਾ ਮਿਹਨਤ ਦਾ ਪੈਸਾ ਕਿਸੇ ਇੱਕ ਗਰੁੱਪ ਦੇ ਵੱਲੋਂ ਦੱਬਿਆ ਗਿਆ, ਧੋਖਾਧੜੀ ਦੇ ਸ਼ਿਕਾਰ ਆਮ ਲੋਕ, ਗਰੀਬ ਲੋਕ ਹੋਏ ਨੇ। ਅੱਜ ਬੇਸ਼ੱਕ ਤੁਸੀਂ ਉਮੀਦਾਂ ਦੇ ਨਾਲ ਆਏ ਹੋਗੇ ਵੀ ਪਤਾ ਨਹੀਂ ਕਦੋਂ ਤੁਹਾਨੂੰ ਪੈਸਾ ਵਾਪਸ ਮਿਲੇਗਾ, ਹੁਣ ਸਰਕਾਰ ਤੋਂ ਹੈ ਕੋਈ ਕਾਰਵਾਈ ਦੀ ਉਮੀਦ? ਹਾਂਜੀ ਸਰ, ਉਮੀਦ ਤਾਂ ਬੜੀ ਹੈਗੀ ਹੈ। ਜੋ ਸਰਕਾਰ ਨੇ ਵਾਅਦਾ ਕੀਤਾ ਉਹਨਾਂ ਨੂੰ ਨਿਭਾਉਣਾ ਚਾਹੀਦਾ ਹੈ। ਅਸੀਂ ਜਿੱਥੇ ਵੀ ਬੁਲਾਉਂਦੇ ਆ ਸਾਨੂੰ ਉੱਥੇ ਹਰ ਜਗ੍ਹਾ ਤੇ ਅਸੀਂ ਗਰਮੀ ਪਰਸੀਨੇ ਜਾਂ ਸਿਆਲ ਹੋਵੇ ਜਾਂ ਕੋਈ ਗਰਮੀ ਹੋਵੇ ਉੱਥੇ ਹੀ ਅਸੀਂ ਪਹੁੰਚਦੇ ਆ। ਸਾਨੂੰ ਉਹ ਪੈਸਾ ਹਰ ਹੀਲੇ ਮਿਲਣਾ ਚਾਹੀਦਾ। ਸਾਡੇ ਤੋਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਸਰਕਾਰ ਸਾਨੂੰ ਪੈਸਾ ਦੇਵੇ। ਸਾਡੇ ਬੱਚਿਆਂ ਜੋਗੀ ਪੈਸਾ ਸਾਨੂੰ ਬਹੁਤ ਜ਼ਰੂਰੀ ਚਾਹੀਦਾ। ਅਸੀਂ ਮਿਹਨਤ ਦਾ ਪੈਸਾ ਦਿੱਤਾ ਹੈ, ਸਾਨੂੰ ਮਿਲਣਾ ਚਾਹੀਦਾ। ਉਹ ਜੇ ਸਾਡਾ ਪੈਸਾ ਮਿਹਨਤ ਦਾ ਨਾ ਹੋਵੇ, ਬੇਸ਼ੱਕ ਨਾ ਮਿਲੇ, ਪਰ ਸਾਡਾ ਖੂਨ ਪਰਸੀਨੇ ਦੀ ਕਮਾਈ ਆ, ਸਾਨੂੰ ਇਹ ਮਿਲਣੀ ਚਾਹੀਦੀ ਹੈ ਸਰ। ਅਸੀਂ ਤਾਂ ਇਹੀ ਉਮੀਦ ਕਰਦੇ ਭਗਵੰਤ ਮਾਨ ਨੂੰ ਵੀ ਸਾਨੂੰ ਪੈਸਾ ਦਿੱਤਾ ਜਾਵੇ। ਇਹ ਗਰੀਬਾਂ ਦਾ ਪੈਸਾ ਵਾ, ਇਹ ਰੱਖਿਆ ਹੈ ਨਹੀਂ ਸਹੀ ਹੈਗਾ, ਪਰ ਸਾਨੂੰ ਜਿਹੜੀਆਂ ਬਰਦਵਾਵਾਂ ਗਰੀਬ ਦਿੰਦੇ ਆ ਉਹ ਚੰਗੀ ਗੱਲ ਨਹੀਂ ਹੈਗੀ। ਪੈਸਾ ਸਾਨੂੰ ਹਰ ਹੀਲੇ ਸਰ ਮਿਲਣਾ ਚਾਹੀਦਾ। ਉਹ ਅਸੀਂ ਤਾਂ ਇਹੀ ਮੰਗ ਚਾਹੁੰਦੇ ਆ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਵੀ ਪੈਸਾ ਚਾਹੀਦਾ ਹੈ, ਪਰ ਤੁਸੀਂ ਕਿੰਨਾ ਪੈਸਾ ਇਨਵੈਸਟ ਕੀਤਾ? 2010 ਦੀ ਮੈਂ ਪਾਲਿਸੀਜ਼ ਦੇਖ ਰਿਹਾ, ਕਿੰਨੀਆਂ ਪਾਲਿਸੀਆਂ ਕਰਵਾਈਆਂ? 3 ਪਾਲਿਸੀਆਂ 2003 ਤੋਂ ਚੱਲ ਰਹੀਆਂ, 2018 ਤੱਕ ਅਸੀਂ ਕਿਸ਼ਤਾਂ ਦਿੱਤੀਆਂ। 2000 ਜਣੀ ਮਤਲਬ 18 ਸਾਲ ਅਸੀਂ ਕਿਸ਼ਤਾਂ ਦਿੱਤੀਆਂ ਪੂਰੀਆਂ। ਮੇਰਾ ਘੱਟੋ ਘੱਟ 2 ਲੱਖ ਰੁਪਏ ਆਪਣਾ ਗਿਆ ਹੋਇਆ ਤੇ ਸਾਨੂੰ ਕੋਈ ਵੀ ਮਤਲਬ ਪੈਸਾ 40,000 ਰੁਪਏ ਮਿਲਿਆ ਵੀ ਸੀਗਾ, ਅਸੀਂ ਉਹ ਵੀ ਫਿਕਸ ਕਰਵਾਤਾ। ਕਹਿੰਦੇ ਆ ਕਿ 80,000 ਰੁਪਏ ਮਿਲੂਗਾ ਤੁਹਾਨੂੰ, ਉਹ ਵੀ ਇਹਨਾਂ ਨੇ ਸਾਤੋਂ ਲੈ ਕੇ ਉਹਦੀ ਰਸੀਦ ਕਰ ਨਹੀਂ ਦਿੱਤੀ ਸਾਨੂੰ, ਉਹ ਵੀ ਸਾਡਾ ਜਮ੍ਹਾਂ ਕਰਵਾ ਲਿਆ। ਤੇ ਬਾਕੀ ਸਾਨੂੰ ਕੋਈ ਵੀ ਮਤਲਬ ਪੈਸੇ ਦੀ ਉਮੀਦ ਹੈ ਨਹੀਂ ਕਿ ਅਸੀਂ ਹੁਣ ਪੈਸੇ ਦੀ ਉਮੀਦ ਨਹੀਂ। ਹੁਣ ਤੱਕ ਕੀ ਕੁਝ ਕਰ ਚੁੱਕੇ ਹੋ ਐਜ਼ ਏ? ਜੇਕਰ ਪਰਿਵਾਰ ਦਾ ਮੈਂ ਤੁਹਾਡਾ ਜ਼ਿਕਰ ਕਰਾਂ ਤਾਂ ਕੀ ਕੀਤਾ ਕਰਦਾ ਤੁਹਾਡਾ ਪਰਿਵਾਰ? ਕੰਮ ਪਰਿਵਾਰ ਭਰਾਵਾ ਅਸੀਂ ਦਿਹਾੜੀ ਦੱਪਾ ਕਰਦੇ ਆ। ਮੇਰੇ ਘਰ ਵਾਲਾ ਵੀ ਗੇੜੇ ਦੇ ਕੰਮ ਕਰਦਾ, ਨਿੱਕੇ ਨਿੱਕੇ ਸਾਡੇ ਬੱਚੇ ਆ। ਕੋਈ ਵੀ ਮਤਲਬ ਸਾਧਨ ਨਹੀਂ ਹੈਗਾ ਸਾਡੇ ਕੋਲ ਵੀ ਮਤਲਬ ਦੂਆ ਕਰਨ ਦਾ ਕੰਮ ਦਾ, ਵੀ ਮਤਲਬ ਮਾੜਾ ਮੋਟਾ ਦਿਹਾੜੀ ਦੱਪਾ ਹੀ ਕਰਕੇ ਟਾਈਮ ਪਾਸ ਕਰਦੇ ਆ। ਵੀ ਸਾਨੂੰ ਕੋਈ ਵੀ ਪੈਸਾ ਨਹੀਂ ਮਿਲਿਆਗਾ। 3 ਨਿੱਕੇ ਨਿੱਕੇ ਗੁੱਡੀਆਂ, ਇੱਕ ਮੇਰਾ ਬੇਟਾ ਆ ਤੇ ਉਹਦੇ ਕਰਕੇ ਅਸੀਂ ਗੁੱਡੀਆਂ ਕਰਕੇ ਪਾਇਆ ਸੀ ਵੀ ਚਲ ਕੋਈ ਪੈਸਾ ਜੁੜ ਜੂਗਾ, ਤੇ ਉਹਦੇ ਕਰਕੇ ਸਾਨੂੰ ਕੋਈ ਵੀ ਮਤਲਬ ਪੈਸਾ ਸਾਨੂੰ ਮਿਲਿਆ ਨਹੀਂ ਹੈਗਾ। ਕੀ ਕੁਝ ਸੰਘਰਸ਼ ਤੁਸੀਂ ਕਰ ਚੁੱਕੇ ਹੋ? ਕਿਹੜਾ ਕਿਹੜਾ ਰਾਜ ਜਾਂ ਕਿਹਦੇ ਨਾਲ ਗੱਲਬਾਤ ਹੋ ਚੁੱਕੀ ਹੈ ਤੁਹਾਡੀ, ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਗੱਲਬਾਤ ਦਾ ਰਾਹ ਹੈ ਉਹ ਕਿੱਥੇ ਤੱਕ ਪਹੁੰਚਿਆ ਹੈ? ਦੇਖੋ, ਜਦੋਂ ਹਨਾ 2014 ਦੇ ਵਿੱਚ ਕੰਪਨੀ ਬੰਦ ਹੋ ਗਈ ਸੀਗੀ ਤੇ ਉਸ ਵੇਲੇ ਬਹੁਤ ਜਿਹੜੇ ਸੀਨੀਅਰ ਸੀਗੇ, ਜਿਹੜੇ ਕਰੋੜਾਂ ਦੇ ਵਿੱਚ ਜਿਨ੍ਹਾਂ ਨੇ ਕਮਾਇਆ, ਕਰੋੜਾਂ 'ਚ ਕਮਾਇਆ ਤੇ ਉਹਨਾਂ ਨੇ ਲਵਾਇਆ ਅਰਬਾਂ 'ਚ ਹੋਊਗਾ ਮੇਰੇ ਹਿਸਾਬ ਨਾਲ, ਤੇ ਉਸ ਵੇਲੇ ਉਹ ਸਾਡੇ ਨਾਲ ਤੁਰਨੇ ਨੂੰ ਤਿਆਰ ਨਹੀਂ ਸੀਗੇ। ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਕੰਪਨੀ ਬੰਦ ਹੋ ਗਈ, ਲੋਕਾਂ ਦਾ ਪੈਸਾ ਲੱਗਾ ਹੋਇਆ ਵੀ ਆਪਾਂ ਵਾਪਸ ਕਰਾਉਣ ਲਈ ਆਪਾਂ ਕੁਝ ਕਰੀਏ, ਤੇ ਉਹ ਨਹੀਂ ਤੁਰੇ। ਫਿਰ ਅਸੀਂ 10 ਪਹਿਲਾਂ ਹੋਏ, ਫਿਰ 15 ਹੋਏ, ਫਿਰ 20 ਹੋਏ, ਫਿਰ ਅਸੀਂ ਜਥੇਬੰਦੀ ਬਣਾਈ। ਫਿਰ ਜਦੋਂ ਅਸੀਂ ਨਾ ਸੁਪਰੀਮ ਕੋਰਟ ਦੇ ਵਿੱਚ ਗਏ, ਅਸੀਂ ਤੀਜੀ ਧਿਰ ਬਣ ਕੇ ਲੜੇ ਆ। ਤੇ ਕਿਉਂਕਿ ਇੱਕ ਧਿਰ ਸੀਗੀ ਪਰਲ ਕੰਪਨੀ ਦੇ ਜਿੱਦਾਂ ਮਤਲਬ ਜਿਹੜੇ ਡਾਇਰੈਕਟਰ, ਉਹ ਇੱਕ ਸੀਗੀ ਸਰਕਾਰ ਜਿਹਨੇ ਬੰਦ ਕਰਾਈ ਸੀ। ਤੀਜੀ ਧਿਰ ਬਣ ਕੇ ਅਸੀਂ ਲੜੇ। ਅਸੀਂ ਤੀਜੀ ਧਿਰ ਬਣ ਕੇ ਖੜੇ ਹੋਏ ਵਿੱਚ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਦੇਖੋ ਤੁਸੀਂ ਚਾਹੇ ਇਹਨੂੰ ਭੰਗੂ ਨੂੰ ਅੰਦਰ ਰੱਖੋ, ਚਾਹੇ ਬੰਦ ਕਰੋ, ਜੋ ਮਰਜ਼ੀ ਕਰੋ, ਪਰ ਲੋਕਾਂ ਦਾ ਪੈਸਾ ਦਿਓ। ਫਿਰ ਜਦੋਂ ਤੀਜੀ ਧਿਰ ਬਣ ਕੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਐਜ਼ ਏ ਵਕੀਲ ਕਰਕੇ ਲੜੇ ਆ, ਤੇ ਫਿਰ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਫੈਸਲਾ ਦਿੱਤਾ ਵੀ ਜਿਹੜਾ ਪੈਸਾ ਹੈਗਾ ਲੋਕਾਂ ਦਾ 6 ਮਹੀਨੇ 'ਚ ਮਿਲ ਜਾਊਗਾ। ਤੁਸੀਂ ਦੇਖ ਲਓ, 2 ਫਰਵਰੀ 2016 ਦਾ ਫੈਸਲਾ ਆਇਆ ਹੋਇਆ ਤੇ ਅੱਜ ਤਕਰੀਬਨ ਮੇਰੇ ਹਿਸਾਬ ਨਾਲ 7 ਸਾਲ, ਪੌਣੇ 7 ਸਾਲ ਹੋ ਗਏ ਆ, ਹਨਾ, ਜਿਹੜਾ ਹਜੇ ਤੱਕ ਲਾਗੂ ਨਹੀਂ ਹੋਇਆ। ਤੇ ਕੰਪਨੀ ਹੋ ਗਈ 2014 'ਚ ਬੰਦ। ਆਪਾਂ 14 ਤੋਂ ਜੇ ਹੁਣ ਤੱਕ ਕਰੀਏ, ਦੇਖ ਲਓ ਕਿੰਨੇ ਸਾਲ ਹੋ ਗਏ, 6 ਸਾਲ ਉਹ ਹੋ ਗਏ, 2 ਸਾਲ ਇਹ ਹੋ ਗਏ, ਤਕਰੀਬਨ 7.5 ਸਾਲ ਬਣਦਾ ਹੈਗਾ। ਤੇ ਮੈਂ ਇਸ ਗੱਲ ਨੂੰ, ਜਿੱਦਾਂ ਆਪਾਂ ਇੰਡੀਆ 'ਚ ਰਹਿੰਦੇ ਆ, ਸਾਨੂੰ ਤਾਂ ਮਾਣ ਆ, ਸਾਨੂੰ ਮਾਣ ਆ ਵੀ ਅਸੀਂ ਇੰਡੀਆ 'ਚ ਰਹਿੰਦੇ ਆ, ਭਾਰਤ 'ਚ ਰਹਿੰਦੇ ਆ ਨਾ। ਪਰ ਇੱਕ ਤਰ੍ਹਾਂ ਜਿੱਦਾਂ ਮੈਂ ਇਸ ਗੱਲ ਤੇ ਥੋੜਾ ਹੈਰਾਨੀਜਨਕ ਹੈਗਾ, ਮੇਰੀ ਚਲੋ ਏਜ ਘੱਟ ਆ, ਲਾ ਲਓ ਜਾਂ ਕਿੱਦਾਂ ਲਾ ਲਓ, ਐਕਸਪੀਰੀਅੰਸ ਜ਼ਿਆਦਾ ਆ। ਸੁਪਰੀਮ ਕੋਰਟ ਦਾ ਫੈਸਲਾ ਨਹੀਂ ਜੇ ਇਸ ਮੁਲਕ ਵਿੱਚ ਲਾਗੂ ਹੋ ਰਿਹਾ ਤੇ ਉਸ ਮੁਲਕ ਦਾ ਕੀ ਬਣੂਗਾ? ਲੋਢਾ ਕਮੇਟੀ ਨੇ ਹੁਣ ਤੱਕ ਕੀ ਕੁਝ ਕਰਿਆ? ਅੱਛਾ, ਉਸ ਤੋਂ ਬਾਅਦ ਜਦੋਂ ਫਿਰ ਸੁਪਰੀਮ ਕੋਰਟ ਦਾ ਫੈਸਲਾ ਆਇਆ, ਫਿਰ ਉਹਨਾਂ ਨੇ ਰਿਟਾਇਰ ਜਿੱਦਾਂ ਜੱਜ RM ਲੋਢਾ ਨੂੰ ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਇੱਕ ਕਮੇਟੀ ਗਠਿਤ ਕੀਤੀ ਵੀ ਤੁਸੀਂ ਇਹਨਾਂ ਦੀ ਪ੍ਰਾਪਰਟੀਆਂ ਵੇਚ ਕੇ ਇਹਨਾਂ ਨੂੰ ਜਿੱਦਾਂ ਲੋਕਾਂ ਨੂੰ ਪੈਸਾ 6 ਮਹੀਨੇ ਦੇ ਅੰਦਰ ਦੇਣਾ। ਪਹਿਲਾਂ ਤੇ ਉਹਨਾਂ ਨੂੰ ਦਿੱਲੀ ਆਫਿਸ ਬਣਾ ਕੇ ਦਿੱਤਾ। ਉਹ ਵੀ ਜਿੱਦਾਂ ਦੇਖੋ, ਇੱਕ ਬੰਦਾ ਰਿਟਾਇਰ ਜੱਜ ਹੋਵੇ, ਮੇਰੇ ਹਿਸਾਬ ਨਾਲ ਉਹਦੀ ਪੈਨਸ਼ਨ ਹੀ ਬਹੁਤ ਜ਼ਿਆਦਾ ਹੋਣੀ, ਲੱਖਾਂ 'ਚ ਹੋਣੀ ਆ।
ਤੇ ਉਹ ਵੀ ਉਹ ਆਰਾਮ ਨਾਲ ਉੱਥੇ ਜਿੱਦਾਂ ਮੰਨ ਲਓ ਉਹਨੇ ਆਪਾਂ ਨੂੰ ਉਹਨੂੰ ਕਮਰਾ ਮਿਲ ਗਿਆ, ਸਾਰੀਆਂ ਸੁੱਖ ਸਹੂਲਤਾਂ ਮਿਲ ਗਈਆਂ, ਉਹ ਜੇ ਥੋੜੀ ਜਿਹੀ ਵੀ ਪ੍ਰਾਪਰਟੀ ਵੇਚਦੇ ਸੀਗੇ ਉਹ ਆਰਾਮ ਨਾਲ ਨਜ਼ਾਰੇ ਲਈ ਗਏ, ਲੋਕਾਂ ਦੇ ਨਹੀਂ ਮੋੜਨੇ ਸ਼ੁਰੂ ਕੀਤੇ ਉਹਨੀ। ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਘੇਰਨਾ ਸ਼ੁਰੂ ਕੀਤਾ, ਦਿੱਲੀ ਦੇ ਵਿੱਚ ਉਹਨਾਂ ਦੇ ਆਫਿਸ ਘੇਰਨਾ ਸ਼ੁਰੂ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਦਿੱਲੀ ਪਹੁੰਚ ਜਾਂਦੇ ਆ, ਇਹ ਤਾਂ ਦਿੱਲੀ ਤਾਂ ਇਹਨਾਂ ਨੂੰ ਨੇੜੇ ਹੀ ਆ, ਪੰਜਾਬ ਤੋਂ ਲਾ ਲਓ ਜਾਂ ਇੰਡੀਆ ਦੇ ਜਿੰਨੇ ਵੀ ਹੈਗੇ, ਕਿਉਂਕਿ ਇਹ ਜਿਹੜਾ ਪੈਸਾ ਹੈਗਾ ਆਲ ਇੰਡੀਆ ਦੇ ਵਿੱਚ ਇਹ ਤਕਰੀਬਨ 5 ਕਰੋੜ 85 ਲੱਖ ਲੋਕਾਂ ਦਾ ਲੱਗਾ ਹੋਇਆ ਜੇ ਆਪਾਂ ਆਲ ਇੰਡੀਆ ਦੀ ਗੱਲ ਕਰੀਏ। ਤੇ ਜੇ ਪੰਜਾਬ ਦੀ ਗੱਲ ਕਰੀਏ ਤੇ ਤਕਰੀਬਨ 25 ਤੋਂ 30 ਲੱਖ ਨਿਵੇਸ਼ਕ ਹੈਗੇ ਆ ਜਿਨ੍ਹਾਂ ਦਾ 8 ਤੋਂ 10,000 ਕਰੋੜ ਲੱਗਾ ਆ। ਜਦੋਂ ਅਸੀਂ ਦਿੱਲੀ ਜਾਣ ਲੱਗ ਪਏ ਨਾ, ਉਹਨਾਂ ਨੂੰ ਇਹ ਲੱਗ ਗਿਆ ਪਤਾ ਇਹ ਤਾਂ ਦਿੱਲੀ ਯਾਰ ਆ ਜਾਂਦੇ ਮੂੰਹ ਚੱਕ ਕੇ, ਕਿਉਂਕਿ ਟ੍ਰੇਨ ਬਹਿਣੀ ਅਸੀਂ ਚੱਲ ਜਾਣਾ। ਅਸੀਂ ਤਾਂ ਦੇਖੋ ਲੋਕਾਂ ਦੇ ਵੀ ਛਿੱਤਰ ਖਾਂਦੇ ਹੀ ਆ, ਅਸੀਂ ਕਹਿਣਾ ਕੋਈ ਨਹੀਂ ਜੇ ਮਰੇ ਤਾਂ ਉਦਮ ਵੀ ਹੈਗੇ ਆ, ਉੱਥੇ ਜਾ ਕੇ ਮਰ ਜਾਾਂਗੇ। ਤੇ ਜਦੋਂ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਬਹਿਣਾ ਤੇ ਉਹ ਨਹੀਂ ਦੇਖਣਾ ਵੀ ਯਾਰ ਦਿੱਲੀ ਆ ਗਏ, ਉਹਨਾਂ ਨੇ ਆਪਣਾ ਆਫਿਸ ਹੀ ਚੱਕ ਕੇ ਬੰਬੇ ਲੈ ਗਏ, ਹੈ ਨਾ। ਤੁਸੀਂ ਦੇਖੋ ਕਿੰਨੀ ਮੱਦਭਾਗੀ ਗੱਲ ਹੈਗੀ ਆ ਵੀ ਉਹ ਦਿੱਲੀ ਤੋਂ ਬੰਬੇ ਚਲ ਗਏ ਤੇ ਵੀ ਇੱਥੇ ਤਾਂ ਨਹੀਂ ਆਉਣਗੇ। ਪਰ ਫਿਰ ਵੀ ਅਸੀਂ ਸਾਡੇ ਜਜ਼ਬੇ ਜਿਹੜੇ ਆ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸਹੁੰ ਖਾਧੀ ਆ ਜਿੰਨੇ ਦੇਰ ਪੈਸੇ ਨਹੀਂ ਮਿਲਣਗੇ ਲੜਾਂਗੇ, ਅਸੀਂ ਬੰਬੇ ਵੀ ਜਾ ਕੇ ਉਹਨਾਂ ਨੂੰ ਘੇਰਦੇ ਆ। ਤੇ ਉਸ ਤੋਂ ਬਾਅਦ ਫਿਰ ਜੇ ਗੱਲ ਆ ਗਈ ਪੰਜਾਬ ਦੀ, ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਹੁਣ ਮੈਨੂੰ ਪੁੱਛਿਆ ਵੀ ਜਾਣੀ ਕਿ ਤੁਸੀਂ ਕੀ ਕਰ ਰਹੇ ਹੈਗੇ ਆ, ਅਸੀਂ ਲੁਧਿਆਣੇ ਟ੍ਰੇਨ ਰੋਕੀ ਸੀਗੀ। ਤੇ ਪਹਿਲਾਂ ਅਸੀਂ ਮੰਡੀ ਦੇ ਵਿੱਚ ਜਿੱਦਾਂ ਸਾਡਾ ਸੀਗਾ ਜਿੱਦਾਂ ਮਤਲਬ ਪ੍ਰੋਗਰਾਮ ਚੱਲਦਾ, ਉਸ ਤੋਂ ਬਾਅਦ ਦਾਨਗੜ੍ਹ ਹੁਣੀ ਮੈਨੂੰ ਸਪੈਸ਼ਲ ਪਿੱਛੇ ਸਟੇਜ ਤੇ ਬੁਲਾਇਆ, ਉਹ ਕਹਿੰਦੇ ਪਰਮਜੀਤ ਕੰਮ ਸੂਦ ਨਹੀਂ ਆਦਾ ਪਿਆ। ਮੈਂ ਕਿਹਾ ਜੀ ਦਾਨਗੜ੍ਹ ਜੀ ਹੁਕਮ ਕਰੋ। ਉਹ ਕਹਿੰਦੇ ਟ੍ਰੇਨ ਰੋਕਣੀ ਪੈਣੀ ਆ। ਪਹਿਲਾਂ ਤਾਂ ਜਿੱਦਾਂ ਮੇਰੀਆਂ ਲੱਤਾਂ ਕੰਬੀਆਂ, ਮੈਂ ਕਿਹਾ ਯਾਰ ਟ੍ਰੇਨ ਤਾਂ ਕਦੀ ਰੋਕੀ ਨਹੀਂ। ਤੇ ਜਾਨੀ ਕਿ ਮੈਂ ਕਿਹਾ ਇਹ ਕੀ ਹੋਊਗਾ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਜੀ ਆ ਜਾਓ। ਮੈਂ ਕਿਹਾ ਮੈਂ ਬੰਦਿਆਂ ਨੂੰ ਲਿਆ ਨਾਲ, ਜਿੱਦਾਂ ਹੁਣ ਇੱਥੇ ਖੜੇ ਆ, ਜਿੱਦਾਂ ਕਹਿ ਦੋ ਵੀ ਚਲੋ ਟ੍ਰੇਨ ਰੋਕੋ। ਤੇ ਮੇਰੇ ਨਾਲ ਤਕਰੀਬਨ ਮੇਰੇ 60-70 ਜਣੇ ਹੋਣੇ ਆ। ਜਦੋਂ ਮੈਂ ਅੱਗੇ ਜਾਵਾਂ ਬਾਕੀ ਹੌਲੀ ਹੌਲੀ ਖਿਸਕਣੇ ਸ਼ੁਰੂ ਹੋ ਗਏ, ਗਿਣਤੀ ਤੇ 20 ਜਣੇ ਰਹਿ ਗਏ। ਉਧਰੋਂ ਟ੍ਰੇਨ ਆਉਂਦੀ ਸੀ ਬੜੀ ਫਾਸਟ, ਲੁਧਿਆਣੇ ਰੋਕੀ ਸੀਗੀ ਟ੍ਰੇਨ। ਇਹ ਅਖਬਾਰਾਂ ਨਿਊਜ਼ ਮੈਂ ਤੁਹਾਨੂੰ ਭੇਜ ਦੂੰਗਾ ਸੈਂਡ ਕਰ। ਜਿਵੇਂ ਤੁਸੀਂ ਟ੍ਰੇਨਾਂ ਰੋਕੀਆਂ, ਉਸ ਦਿਨ ਅਸੀਂ 72 ਟ੍ਰੇਨਾਂ ਰੱਦ ਕੀਤੀਆਂ। ਉਸ ਦਿਨ ਅਸੀਂ 72 ਟ੍ਰੇਨਾਂ ਰੱਦ ਕੀਤੀਆਂ। ਉਸ ਦਿਨ ਸਾਨੂੰ ਦੇਖ ਲਓ ਸੈਂਟਰ ਤੋਂ ਫੋਨ ਆਉਂਦੇ ਸੀਗੇ ਵੀ ਤੁਸੀਂ ਉੱਠ ਜਾਓ, ਤੁਹਾਡਾ ਮਸਲਾ ਹੱਲ ਕਰ ਲਾਂਗੇ। ਤੇ ਫਿਰ ਅਸੀਂ ਕਿਹਾ ਨਹੀਂ ਸਾਨੂੰ ਦੱਸੋ। ਉਹਨੇ ਸਾਡੀਆਂ ਉਸ ਵੇਲੇ ਉਹਨੇ ਮਿਹਨਤਾਂ ਤਾਲੇ ਕੀਤੇ ਵੀ ਚਲੋ ਤੁਸੀਂ ਭਰਾਵਾ ਖੋਲੋ ਕਿਸ ਤਰ੍ਹਾਂ, ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਫਿਰ ਵੀ ਨਹੀਂ ਹੋਇਆ। ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਅਸੀਂ ਇਹਦੀ ਕੋਠੀ ਘੇਰੀ ਹੈ ਨਾ ਪਟਿਆਲੇ ਜਾ ਕੇ। ਇਹ ਪੇ ਦਾ ਬਹੁਤ ਅੰਦਰ ਸੀਗਾ, ਇਹ ਬਾਹਰ ਨਹੀਂ ਆਇਆ। ਇਹਨੇ ਸਾਡੇ ਕੁਝ ਬੰਦਿਆਂ ਨੂੰ ਅੰਦਰ ਸੱਦਿਆ, ਕਹਿੰਦਾ ਜੀ ਕੋਈ ਨਹੀਂ ਮੈਨੂੰ ਲਿਖ ਦੇ ਜਾਓ, ਮੈਂ ਜਲਦੀ ਤੋਂ ਜਲਦੀ ਕਰੂੰਗਾ, ਹੈ ਨਾ। ਜਾਣੀ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਸਰਕਾਰਾਂ ਦੀ ਸ਼ਹਿਰ, ਜਿਵੇਂ ਮੈਂ ਗੱਲ ਕਰ ਰਿਹਾ ਵੀ ਜਿਵੇਂ ਤੁਸੀਂ ਉਸ ਵਕਤ ਟ੍ਰੇਨਾਂ ਰੋਕੀਆਂ, ਪਰ ਕਈ ਸਾਲ ਬੀਤ ਚੁੱਕੇ ਹੋਣਗੇ, ਇਕੱਤਰਤਾ ਹੈ ਤੁਹਾਡੀ ਲੋਕਾਂ ਦੀ ਵੀ ਅਜੇ ਵੀ ਅੱਜ ਵੀ ਸੰਘਰਸ਼ ਦੇ ਲਈ ਤਿਆਰ ਹੋ? ਦੇਖੋ ਜਿਹੜੀ ਨਾ ਇਕੱਤਰਤਾ ਹੈਗੀ ਆ, ਜਿਹੜੇ ਤਾਂ ਜਿੱਦਾਂ ਮਤਲਬ ਜਾਗਦੀ ਜ਼ਮੀਰ ਵਾਲੇ ਆ, ਜਿੱਦਾਂ ਪੰਜਾਬੀ 'ਚ ਕਹਿੰਦੇ ਹੁੰਦੇ ਜਾਗਦੀ ਜ਼ਮੀਰ ਵਾਲੇ, ਜਾਂ ਜਿਹੜੇ ਇਹ ਕਹਿੰਦੇ ਆ ਵੀ ਇੱਥੇ ਵੀ ਮੂੰਹ ਦਿਖਾਉਣਾ ਤੇ ਉੱਥੇ ਵੀ ਮੂੰਹ ਦਿਖਾਉਣਾ, ਉਹ ਤਾਂ ਇਸ ਮਸਲੇ ਵਿੱਚ ਲੱਗੇ ਹੋਏ ਆ ਵੀ ਜਿੰਨੀ ਦੇਰ ਪੈਸੇ ਨਹੀਂ ਮਿਲਦੇ ਅਸੀਂ ਲੱਗੇ ਰਵਾਂਗੇ। ਪਰ ਕਈਆਂ ਦੀ ਜ਼ਮੀਰ ਮਰ ਚੁੱਕੀ ਆ, ਉਹਨਾਂ ਨੇ ਲੋਕਾਂ ਦਾ ਕਰੋੜਾਂ ਰੁਪਈਆ ਲਵਾਇਆ ਤੇ ਉਹ ਚੁੱਪ ਕਰਕੇ ਅੰਦਰਾਂ ਦੇ ਵਿੱਚ ਬੈਠੇ ਆ ਤੇ ਉਹ ਨਹੀਂ ਐਕਟੀਵਿਟੀ ਕਰ ਰਹੇ ਏਜੰਟ। ਤੇ ਬਾਕੀ ਮੇਰੀ ਬੇਨਤੀ ਹੈਗੀ ਆ ਵੀ ਜਿਹੜੇ ਅੰਦਰਾਂ 'ਚ ਬੈਠੇ ਆ ਏਜੰਟ ਉਹ ਵੀ ਆਉਣ ਤੇ ਜਿਹੜੇ ਨਿਵੇਸ਼ਕ ਆ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰਨ ਤੇ ਅਸੀਂ ਫਰੰਟ ਤੇ ਖੜੇ ਹੋਵਾਂਗੇ। ਜੇ ਸਾਡੇ ਤੇ ਕੋਈ ਵੀ ਐਕਸ਼ਨ ਆਊਗਾ, ਪਰਚਾ ਹੋਊਗਾ, ਕੋਈ ਵੀ ਕਾਰਵਾਈ ਹੋਊਗੀ, ਗੋਲੀ ਚੱਲੂਗੀ, ਅਸੀਂ ਆਪਣੇ ਸੀਨਿਆਂ ਤੇ ਖਾਵਾਂਗੇ, ਇਹਨਾਂ ਤੇ ਨਹੀਂ ਆਉਣ ਦਿੰਦੇ। ਪਰ ਇਹ ਸਾਡਾ ਸਾਥ ਦੇਣ ਜਥੇਬੰਦੀ, ਸਾਡਾ ਸਾਥ ਦੇਣ ਜਥੇਬੰਦੀ ਦਾ। ਜੇ ਮਾਤਾ ਜੀ ਤੁਹਾਡਾ ਕੀ ਨਾਮ ਹੈ ਤੇ ਕਿੰਨੇ ਪੈਸੇ ਤੁਸੀਂ ਜਮ੍ਹਾਂ ਕਰਵਾਏ ਸੀ? ਅਸੀਂ ਜੀ 60,000 ਕਰਾਤਾ ਮੇਰੀਆਂ ਨੌਹਾਂ ਦਾ, ਸੀਲਾਕੋਟ ਤੇ ਛਾਣੋਕੋਟ ਅਸੀਂ ਕਰਵਾਏ ਸੀ। ਤਾਂ ਸਾਰੇ ਭੈਣਾਂ ਨੂੰ ਪਤਾ ਆ ਭਰਾਵਾਂ। ਕਿੰਨੀ ਉਮਰ ਕਿੰਨੀ ਹੈ ਤੁਹਾਡੀ? ਮੇਰੀ ਤਾਂ 60 ਕੁ ਸਾਲ ਆ। ਇਹ ਮੇਰੇ ਨੌਹਾਂ ਦੇ ਪਵਾਉਂਦੀ ਰਹੀ ਮੈਂ ਬੀਮੇ। ਛਾਣੋਕੋਟ ਸੀਲੋਕੋਟ ਵੱਡਾ ਮੁੰਡਾ ਵੀ ਮੇਰਾ ਗੁਜ਼ਰ ਗਿਆ, 9 ਸਾਲ ਹੋ ਗਿਆ, ਉਹਦੇ ਹੁੰਦਿਆਂ ਤੇ ਚੱਲ ਗਿਆ ਹੋਇਆ। ਇੱਕ ਮੇਰਾ ਪਿੰਗਲਵਾੜਿਆਂ 'ਚ ਬੈਠਾ, ਸਾਰੇ ਭਾਈਆਂ ਨੂੰ ਪਤਾ। ਹਾਲਤ ਮੰਦੀ ਸੀ, ਘਰ 4-4 ਫੁੱਟ ਡੂੰਘਾ ਸੀ, ਪਾਣੀ ਬਹੁਤ ਭਰਦਾ ਸੀ। ਅਸੀਂ ਕਿਹਾ ਚਲੋ ਥੋੜ੍ਹੇ ਕਰਕੇ ਪਾ ਲੈਂਦੇ ਹਾਂ, ਕਿਤੇ ਮਿਲ ਜਾਣਗੇ ਆਪਾਂ ਭਰਤੀ ਪਾ ਲਾਂਗੇ, ਪਾਣੀ ਨਿਕਲਦਾ ਹੋ ਜੂ। ਹਾਰ ਕੇ ਜੀ ਇੰਨੇ ਸਾਲ ਹੋ ਗਏ ਡੀਕਦੇ ਨੂੰ, ਕੋਈ ਪੈਸਾ ਨਹੀਂ ਮਿਲਿਆ। ਹਾਰ ਕੇ ਦਿਹਾੜੀ ਦੱਪਾ ਕਰਕੇ ਨੌਹਾਂ ਮੇਰੀਆਂ ਨਾ ਦੁਬਾਰੇ ਹੁਣ ਭਰਤੀ ਪਵਾਈ। ਸੋ ਉਮੀਦ ਕਰਦੇ ਹਾਂ ਵੀ ਜਿਨ੍ਹਾਂ ਉਮੀਦਾਂ ਨੂੰ ਲੈ ਕੇ ਨਾ ਲੋਕਾਂ ਦੇ ਵੱਲੋਂ ਪੈਸਾ ਜਿਹੜਾ ਹੈ ਆਪਣਾ ਇਕੱਠਾ ਕਰਕੇ ਇੱਕ ਗਰੁੱਪ ਨੂੰ ਸੌਂਪਿਆ ਗਿਆ। ਬੇਸ਼ੱਕ ਉਸ ਸਮੇਂ ਦੀ ਸਰਕਾਰ ਦੇ ਉੱਤੇ ਭਰੋਸਾ ਸੀ, ਉਸ ਕੰਪਨੀ ਦੇ ਉੱਤੇ ਭਰੋਸਾ ਸੀ, ਪਰ ਅੱਜ ਕਈ ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਦਾ ਪੈਸਾ ਜਿਹੜਾ ਹੈ ਇਹਨਾਂ ਨੂੰ ਨਹੀਂ ਮਿਲਿਆ ਤੇ ਸੰਘਰਸ਼ ਲੰਬਾ ਹੁੰਦਾ ਜਾ ਰਿਹਾ। ਕੈਮਰਾਮੈਨ ਲਾਲਤਾ ਪ੍ਰਸਾਦ ਦੇ ਨਾਲ ਅਮਨਦੀਪ ਸਿੰਘ।